ਅਸੀਂ ਆਪ ਦਾ ਕਰਕੇ ਖਾ ਰਹੇ ਹਾਂ, ਕੋਈ ਕੇਂਦਰ ਸਰਕਾਰ ਤੋਂ ਮੰਗ ਤਾਂ ਕੁਛ ਨਹੀਂ ਰਹੇ। ਤਾਂ ਹੁਣ ਸਿੱਧੇ ਤੌਰ ਤੇ ਜਿਹੜੀਆਂ ਸਾਡੇ ਕੋਲ ਪੰਜਾਬ ਦੇ ਲੋਕਾਂ ਕੋਲ ਕੀ ਹੈ, ਜ਼ਿਮੀਂਦਾਰਾਂ ਕੋਲ ਕੀ ਹੈ, ਹੌਸਲਾ ਜ਼ਿਮੀਂਦਾਰਾਂ ਨੂੰ ਕਿਹਦੇ ਨਾਲ ਹੈ? ਜ਼ਮੀਨ ਨਾਲ। ਸਾਡੇ ਤਾਂ ਸਿੱਧੇ ਤੌਰ ਤੇ ਮੈਂ ਤੁਹਾਨੂੰ, ਸਾਡੇ ਤਾਂ ਰਿਸ਼ਤੇ ਵੀ ਜ਼ਮੀਨਾਂ ਨੂੰ ਦੇਖ ਕੇ ਹੁੰਦੇ ਨੇ, ਅਸੀਂ ਤਾਂ ਛੜੇ ਮਰ ਜਾਾਂਗੇ ਸਾਰੇ। ਦਿੱਲੀ ਤੱਕ ਜਦੋਂ ਤੱਕ ਕੋਈ ਚਣਕ ਨਹੀਂ ਲੱਗਦੀ ਨਾ, ਅਸੀਂ ਹੁਣ ਟੋਲ ਪਲਾਜ਼ੇ ਵੀ ਰੋਕੇ ਹੋਏ ਨੇ, ਕੇਂਦਰ ਦੇ ਨੇ, ਪੈਟਰੋਲ ਪੰਪ ਵੀ ਨੇ, ਰਿਲਾਇੰਸ ਦੇ ਨੇ। ਤੇ ਮੈਂ ਬਾਰ-ਬਾਰ ਇੱਕ ਤੁਹਾਡੇ ਚੈਨਲ ਤੇ ਜ਼ਰੂਰ ਕਹਿਣਾ ਵੀ ਜੀਓ ਦਾ ਪ੍ਰੋਪਰ ਤੌਰ ਤੇ ਰਿਲਾਇੰਸ ਦਾ ਬਾਈਕਾਟ ਕਰੋ ਨਾ, ਉਹਨਾਂ ਤੋਂ ਤੇਲ ਪਾਓ, ਉਹਨਾਂ ਦੇ ਸਿੰਮਾਂ ਨੂੰ ਵੀ ਬੰਦ ਕਰੋ ਤਾਂ ਜੋ ਉੱਥੇ ਹਲਚਲ ਹੋਵੇ। ਉੱਥੇ ਹਲਚਲ ਜ਼ਰੂਰੀ ਹੈ ਕਿਉਂਕਿ ਨੈਸ਼ਨਲ ਮੀਡੀਆ ਸਾਡੀ ਗੱਲ ਨਹੀਂ ਸੁਣ ਰਿਹਾ। ਉੱਥੇ ਤਾਂ ਐਂ ਆ ਵੀ ਪੰਜਾਬ 'ਚ ਕੁਝ ਹੋ ਹੀ ਨਹੀਂ ਰਿਹਾ, ਪੰਜਾਬ 'ਚ ਜੀਵਨ ਆਮ ਤਰੀਕੇ ਨਾਲ ਚੱਲ ਰਿਹਾ। ਜੇ ਸਰਕਾਰਾਂ ਨੇ ਸਾਡੇ ਨਾਲ ਖੜਨਾ ਤਾਂ ਆਪਦੇ ਝੰਡੇ ਛੱਡ ਕੇ ਅੱਜ ਕਿਸਾਨਾਂ ਦਾ ਮੁੱਦਾ ਹੱਲ ਕਰਾਓ, ਬਾਕੀ ਸਿਆਸਤਾਂ ਬਾਅਦ 'ਚੋਂ ਕਰੀ ਜਾਓ। 2022 ਬਹੁਤ ਦੂਰ ਹੈ ਹਲੇ। ਨੌਜਵਾਨੀ ਜਿਹੜੀ ਲਹਿਰ ਆ, ਅੱਜ ਇੱਕ ਮੰਚ ਤੇ ਲੋਕਾਂ 'ਚ ਜੋਸ਼ ਹੈ ਬਹੁਤ ਚਿਰ ਬਾਅਦ ਇਹ ਜੋਸ਼ ਦੇਖਣ ਨੂੰ ਮਿਲਿਆ ਵੀ ਨੌਜਵਾਨ ਇਕਜੁੱਟ ਹੋ ਕੇ ਘਰੋਂ ਨਿਕਲੇ ਨੇ। ਲੋਕਾਂ 'ਚ ਵੀ ਥੋੜੀ ਜਿਹੀ ਮੈਂ ਕਹਿੰਦਾ ਵੀ ਦੂਰ ਅੰਦੇਸ਼ੀ ਸੋਚ ਰੱਖਿਆ ਕਰੋ, ਨੇੜੇ ਦੀ ਨਾ ਸੋਚਿਆ ਕਰੋ। ਅੱਜ ਮੁੱਦਾ ਵੀਰੇ ਵਿਕਣ ਵਿਕਾਉਣ ਦਾ ਨਹੀਂ ਹੈਗਾ। ਜੇ ਕੋਈ ਸਰਕਾਰ ਵੀ ਇਹਨਾਂ ਬਿੱਲਾਂ ਦੇ ਹੱਕ 'ਚ ਖੜੂਗੀ ਤਾਂ ਮੈਂ ਗਿਣਤੀ ਲਿਖ ਕੇ ਦੇ ਸਕਦਾ ਦਾਅਵੇ ਨਾਲ ਕਿ ਪੰਜਾਬ ਦੇ ਲੋਕ ਤਖਤਾ ਪਲਟ ਦੇਣਗੇ ਉਸੇ ਵੇਲੇ। ਕਦੇ ਮਾਫ ਨਹੀਂ, ਜ਼ਿੰਦਗੀ 'ਚ ਭੁੱਲ ਜਾਣ ਜਿਹੜੇ ਉਹ ਬਿੱਲਾਂ ਦੇ ਨਾਲ ਕੇਂਦਰ ਦੀ ਸਰਕਾਰ ਨਾਲ ਖੜਨਗੇ ਵੀ ਮੁੜ ਕੇ ਉਹ ਸੱਤਾ 'ਚ ਆ ਜਾਣਗੇ। ਇਹ ਕੋਈ ਸਮਰਥਨ ਮੈਂ ਨਹੀਂ ਦਿੱਤਾ ਹੈਗਾ ਕੱਲਾ ਜਥੇਬੰਦੀਆਂ ਨੂੰ, ਜਾਂ ਇਹ ਜਸ ਬਾਜਵੇ ਦਾ ਰੌਲਾ ਨਹੀਂ ਹੈਗਾ। ਇਹ ਮੇਰਿਆਂ ਖੇਤਾਂ, ਮੇਰਾ ਤਾਂ ਨਿੱਜੀ ਫਰਜ਼ ਹੈ। ਜੇ ਮੈਂ ਕਲਾਕਾਰ ਨਾ ਹੁੰਦਾ ਤਾਂ ਵੀ ਮੈਂ ਧਰਨਿਆਂ 'ਚ ਆਉਂਦਾ। ਪਰ ਕਿਤੇ ਨਾ ਕਿਤੇ ਤੁਸੀਂ ਇਸ ਗੱਲ ਨੂੰ ਸੋਚੋ ਤਾਂ ਸਹੀ ਵੀ ਜਦੋਂ ਆਪਾਂ ਇੱਕ ਗੱਲ ਜ਼ਬਾਨ ਕਰਕੇ ਆਏ ਹਾਂ, ਜਿਹੜਾ ਬੰਦਾ ਜ਼ਬਾਨ ਤੋਂ ਹੀ ਮੁੱਕਰ ਗਿਆ ਫਿਰ ਉਹ ਕੱਲ ਨੂੰ ਉਹਦੇ ਤੇ ਅਸੀਂ ਕਿਵੇਂ ਯਕੀਨ ਕਰ ਲਾਂਗੇ? ਅਸੀਂ ਦੇਖਣਾ ਕੀ ਹੈ ਜੀ, ਬਸ ਜਦ ਤੱਕ ਕੇਂਦਰ ਦੀ ਸਰਕਾਰ, ਅਸੀਂ ਤਾਂ ਪ੍ਰੋਪਰ ਇਹ ਬਿੱਲਾਂ ਦਾ ਬਾਈਕਾਟ ਕਰਦੇ ਹਾਂ। ਕੋਈ ਇਹਨਾਂ 'ਚ ਸੋਧ ਨਹੀਂ ਚਾਹੁੰਦੇ, ਕੋਈ ਅਸੀਂ ਨਹੀਂ, ਕਿਉਂਕਿ ਪੰਜਾਬ ਨੂੰ ਇਹਨਾਂ ਬਿੱਲਾਂ ਦੀ ਲੋੜ ਹੀ ਨਹੀਂ ਸੀ। ਕਰਕੇ ਖਾਣ ਵਾਲੇ ਲੋਕ ਸੀ, ਮਿਹਨਤ ਮਜ਼ਦੂਰੀ ਵੀ ਕਹਿ ਸਕਦੇ ਹਾਂ। ਹੁਣ ਤਾਂ ਕਿਸਾਨ ਹੈ ਜਿਹੜਾ ਆਪਣੀਆਂ ਖੇਤਾਂ ਦਾ ਰਾਜਾ ਹੈ, ਕਿਸੇ ਦੇ ਕੋਲੇ ਮੰਗਣ ਨਹੀਂ ਜਾਂਦਾ। ਅੰਨਦਾਤੇ ਦਾ ਨਾਅਰਾ ਉਦੋਂ ਦਿੱਤਾ ਗਿਆ ਸੀ ਜਦੋਂ ਪੰਜਾਬ ਤੇ ਹਰਿਆਣਾ ਸੂਬਾ, ਜਦੋਂ ਇਹ ਡਿਊਟੀ ਲਾਈ ਸੀ ਹਿੰਦੁਸਤਾਨ ਨੇ ਵੀ ਤੁਸੀਂ ਸਾਰੇ ਹਿੰਦੁਸਤਾਨ ਦਾ ਢਿੱਡ ਭਰਨਾ ਹੈ। ਅੰਨਦਾਤਾ ਸ਼ਬਦ ਹੈ ਜਿਹੜਾ ਉਦੋਂ ਸਾਨੂੰ ਗੌਰਮੈਂਟ ਨੇ ਦਿੱਤਾ ਸੀ। ਹੁਣ ਉਹਨਾਂ ਦਾ ਆਪਦਾ ਮਤਲਬ ਨਿਕਲ ਗਿਆ। ਹੁਣ ਇਹ ਥੋੜੀ ਹੈ ਵੀ ਸਾਨੂੰ ਟਿਸ਼ੂ ਪੇਪਰ ਜਿਵੇਂ ਪੂੰਝ ਕੇ ਪਰੇ ਸੁੱਟ ਦੇਣਗੇ, ਬਾਹਰੋਂ ਲਿਆ ਕੇ 1400 ਰੁਪਏ ਦੇ ਹਿਸਾਬ ਨਾਲ ਕਣਕਾਂ ਲਿਆ ਕੇ। ਸਾਨੂੰ ਕੋਈ ਕਰਨ ਨਹੀਂ ਦਿੱਤਾ ਨਾ, ਖੇਤੀਬਾੜੀ 'ਚ ਕੋਈ ਨਵਾਂ ਕਰਨ ਦਿੱਤਾ ਨਹੀਂ। ਸੋ ਅਸੀਂ ਕਰੀਏ ਕੀ? ਅਸੀਂ ਆਪ ਦਾ ਕਰਕੇ ਖਾ ਰਹੇ ਹਾਂ, ਕੋਈ ਕੇਂਦਰ ਸਰਕਾਰ ਤੋਂ ਮੰਗ ਤਾਂ ਕੁਛ ਨਹੀਂ ਰਹੇ। ਤਾਂ ਹੁਣ ਸਿੱਧੇ ਤੌਰ ਤੇ ਜਿਹੜੀਆਂ ਸਾਡੇ ਕੋਲ ਪੰਜਾਬ ਦੇ ਲੋਕਾਂ ਕੋਲ ਕੀ ਹੈ, ਜ਼ਿਮੀਂਦਾਰਾਂ ਕੋਲ ਕੀ ਹੈ, ਹੌਸਲਾ ਜ਼ਿਮੀਂਦਾਰਾਂ ਨੂੰ ਕਿਹਦੇ ਨਾਲ ਹੈ? ਜ਼ਮੀਨ ਨਾਲ। ਸਾਡੇ ਤਾਂ ਸਿੱਧੇ ਤੌਰ ਤੇ ਮੈਂ ਤੁਹਾਨੂੰ, ਸਾਡੇ ਤਾਂ ਰਿਸ਼ਤੇ ਵੀ ਜ਼ਮੀਨਾਂ ਨੂੰ ਦੇਖ ਕੇ ਹੁੰਦੇ ਨੇ, ਅਸੀਂ ਤਾਂ ਛੜੇ ਮਰ ਜਾਾਂਗੇ ਸਾਰੇ। ਇਹ ਪੁੱਛਾਂਗੇ ਵੀ ਜ਼ਮੀਨ ਕਿਹਦੇ ਕੋਲ ਹੈ ਤਾਂ ਜੀ ਸਾਡੇ ਕੋਲ ਹੈ, ਪਰ ਅਡਾਨੀਆਂ ਕੋਲ ਹੈ। ਪੰਜਾਬ 'ਚ ਤਾਂ ਜੀ ਵਿਆਹ ਨਹੀਂ ਹੋਣੇ ਇਸ ਹਿਸਾਬ ਨਾਲ। ਸੋ ਤਾਂ ਕਰਕੇ ਪੰਜਾਬ ਨਾਲ, ਤੁਸੀਂ ਪੰਜਾਬ ਨੂੰ, ਜਿੱਥੇ ਪੰਜਾਬ ਖੜਾ ਹੈ, ਤੁਸੀਂ ਜੇ ਇਹਨੂੰ ਅੱਗੇ ਨਹੀਂ ਲਿਜਾ ਸਕਦੇ, ਤੁਸੀਂ ਇਹਨੂੰ ਪਿੱਛੇ ਲੈ ਕੇ ਜਾਣ ਦੀ ਵੀ ਕੋਸ਼ਿਸ਼ ਨਾ ਕਰੋ। ਸਾਨੂੰ ਸਾਡੇ ਹਾਲ ਤੇ ਛੱਡ ਦਿਓ। ਸਾਡੇ ਬਹੁਤ ਭਰਾ ਨੇ ਬਾਹਰਲਿਆਂ ਮੁਲਕਾਂ 'ਚ ਚਲੇ ਗਏ। ਪੰਜਾਬੀਆਂ ਦਾ ਇਹ ਇਤਿਹਾਸ ਰਿਹਾ ਕਿ ਕਦੇ ਕਿਸੇ ਨੇ ਹੱਥ ਨਹੀਂ ਅੱਡਿਆ ਕਿਸੇ ਮੂਹਰੇ। ਤੁਹਾਨੂੰ ਦਿੱਲੀ ਤੇ ਸਾਡੀ ਭਾਜੀ ਹੋਊਗੀ, ਅਸੀਂ ਦਿੱਤਾ ਬਹੁਤ ਕੁਝ ਹੋਊਗਾ, ਪਰ ਦਿੱਲੀ ਤੋਂ ਕਦੇ ਕੁਝ ਲਿਆ ਨਹੀਂ ਹੱਥ ਅੱਡ ਕੇ। ਇਹ ਇਤਿਹਾਸ ਗਵਾਹ। ਹੁਣ ਮੈਂ ਬਾਹਲਾ ਬਰੀਫਲੀ ਨਹੀਂ ਜਾਣਾ ਚਾਹੁੰਦਾ। ਸੋ ਟੋਟਲ ਤੌਰ ਤੇ ਇਹਨਾਂ ਬਿੱਲਾਂ ਦਾ ਬਾਈਕਾਟ ਕਰਦੇ ਹਾਂ ਜੀ, ਬਾਈਕਾਟ ਕਰਦੇ ਹਾਂ ਨਾ, ਸੋਧ ਨਹੀਂ ਚਾਹੁੰਦੇ ਕੋਈ। ਤੇ ਸਾਡੇ ਸਾਰੇ ਭਰਾ ਡਟੇ ਹੋਏ ਨੇ ਜਦੋਂ ਤੱਕ ਕੇਂਦਰ ਦੀ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ। ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਕਿਸਾਨ ਹਿਤੈਸ਼ੀ ਹਾਂ, ਅਸੀਂ ਕਿਸਾਨਾਂ ਦੇ ਨਾਲ ਖੜੀਆਂ ਹਾਂ, ਪਰ ਜੋ ਅੱਜ ਤੱਕ ਕੋਈ ਵੀ ਸਿਆਸੀ ਪਾਰਟੀ ਆਪਣਾ ਝੰਡਾ ਛੱਡ ਕੇ ਕਿਸਾਨਾਂ ਦੇ ਨਾਲ ਨਹੀਂ ਖੜੀ ਹੋਈ। ਅੱਜ ਰਾਹੁਲ ਗਾਂਧੀ ਵੱਲੋਂ ਟਰੈਕਟਰ ਰੈਲੀ ਕੀਤੀ ਜਾ ਰਹੀ ਵੱਖਰੇ ਤੌਰ ਤੇ, ਕਿਵੇਂ ਦੇਖਦੇ ਹੋ? ਦੇਖੋ, ਮੈਨੂੰ ਸਿਆਸਤ ਦਾ ਬਾਹਲਾ ਕੋਈ ਭੇਦ ਹੈ ਨਹੀਂ। ਅਸੀਂ ਤਾਂ ਵੱਟਾਂ ਤੇ ਪਲ ਕੇ ਬੜੇ ਹੋਏ ਆ, ਆਪਦੇ ਬਜ਼ੁਰਗਾਂ ਦੇ ਸੁਹਾਗਿਆਂ 'ਚ ਬਹਿ ਕੇ, ਬਲਦਾਂ ਵਾਲਿਆਂ 'ਚ ਵੱਡੇ ਹੋਏ ਆ, ਕਿਉਂਕਿ ਛੋਟੇ ਜ਼ਿਮੀਂਦਾਰ ਆ, ਮੱਧ ਵਰਗ ਪਰਿਵਾਰ 'ਚੋਂ ਆਏ ਆ। ਸ਼ੁਰੂ ਤੋਂ ਗਾਉਣ ਦਾ ਸ਼ੌਂਕ ਸੀਗਾ। ਸੋ ਜ਼ਿਆਦਾ ਰੁਝਾਨ ਆ ਜਿਹੜਾ ਇਹ ਉੱਧਰ ਨੂੰ ਹੀ ਰਿਹਾ। ਅੱਜ ਆ ਕੇ ਜਦੋਂ ਉਹਨਾਂ ਖੇਤਾਂ ਨਾਲ, ਅਸੀਂ ਇਹਨਾਂ ਖੇਤਾਂ ਦੀ ਮੰਗ ਕਿਉਂ ਕਰ ਰਹੇ ਹਾਂ? ਸਾਡਾ ਇੱਕ ਇਤਿਹਾਸ ਜੁੜਿਆ। ਪੰਜਾਬ ਨੂੰ ਤੁਸੀਂ ਖੇਤੀ ਤੋਂ ਬਿਨਾਂ ਸਿਰਜ ਹੀ ਨਹੀਂ ਸਕਦੇ, ਪੰਜਾਬ ਦੀ ਕਲਪਨਾ ਹੀ ਨਹੀਂ ਕਰ ਸਕਦੇ ਖੇਤਾਂ ਤੋਂ ਬਿਨਾਂ। ਸੋ ਸਾਡੀਆਂ ਉਹ ਯਾਦਾਂ ਨੇ ਜਿਹੜੀਆਂ ਉਹ ਖੇਤਾਂ ਨਾਲ ਜੁੜੀਆਂ। ਜਦੋਂ ਸਿੱਧੇ ਤੌਰ ਤੇ ਸਾਡੇ ਤੋਂ ਸਾਡੀ ਜ਼ਮੀਨ ਹੀ ਖੋਹ ਲਈ, ਤਾਂ ਕਰਕੇ ਅਸੀਂ ਆਏ ਹਾਂ। ਸਰਕਾਰਾਂ ਕੀ ਕਰਦੀਆਂ ਨੇ, ਕੀ ਨਹੀਂ ਕਰਦੀਆਂ, ਇਹਦੇ ਬਾਰੇ ਦੇਖੋ ਮੈਨੂੰ ਨਹੀਂ ਪਤਾ, ਕਿਉਂਕਿ ਮੈਂ ਕੋਈ ਪੋਲੀਟੀਕਲੀ ਬਾਹਲਾ ਸਟਰੋਂਗ ਨਹੀਂ ਹੈਗਾ, ਨਾ ਮੈਨੂੰ ਨੌਲੇਜ ਹੈ। ਸੋ ਮੈਂ ਇਹ ਬੇਨਤੀ ਕਰਦਾ, ਜੇ ਅੱਜ ਤੁਸੀਂ ਸਾਡਾ ਸਾਥ ਦੇਣਾ ਤਾਂ ਆਪਦੇ ਝੰਡੇ ਛੱਡ ਕੇ ਸਾਡੇ ਨਾਲ ਕਿਸਾਨ ਯੂਨੀਅਨ ਦੇ ਜਥੇ ਥੱਲੇ ਆਓ, ਆਪਦੇ ਝੰਡੇ ਛੱਡ ਕੇ ਆਓ। ਪਹਿਲਾਂ ਵੀ ਮੈਂ ਇਹ ਗੱਲ ਕਹੀ ਆ ਵੀ ਇੱਦਾਂ ਪਾਰਟੀਆਂ ਨਾ ਲੈ ਕੇ ਆਓ ਆਪਦੀਆਂ। ਤੁਸੀਂ ਹੱਲ ਕਰਾ ਦਿਓ ਸਾਡਾ, ਇਹ ਬਿੱਲਾਂ ਨੂੰ ਰੱਦ ਕਰਵਾ ਦਿਓ, ਤਾਂ ਪੰਜਾਬ ਦੇ ਲੋਕਾਂ ਨੇ ਸੱਤਾ ਤਾਂ ਤੁਹਾਨੂੰ ਉੱਦਾਂ ਹੀ ਥਾਲੀ 'ਚ ਪਾ ਕੇ ਦੇ ਦੇਣੀ ਆ ਵੀ ਤੁਸੀਂ ਹੱਲ ਕਰਵਾਤਾ, ਕਿਉਂਕਿ ਇਹਨਾਂ ਬਿੱਲਾਂ ਤੋਂ ਉੱਤੇ ਹੁਣ ਕੋਈ ਮੁੱਦਾ ਹੀ ਨਹੀਂ ਅੱਜ ਪੰਜਾਬ 'ਚ। ਸੋ ਸਿਆਸੀ ਜਿੰਨੀਆਂ ਵੀ ਪਾਰਟੀਆਂ ਨੇ, ਜੇ ਖੜਨਾ ਤਾਂ ਕਿਸਾਨਾਂ ਦੇ ਨਾਲ ਖੜੋ। ਇੱਦਾਂ ਰੈਲੀਆਂ ਕੱਢ ਕੇ ਪੰਜਾਬ 'ਚ ਹੀ ਦੇਖੋ, ਮੈਨੂੰ ਲੱਗਦਾ ਜੇ ਪੰਜਾਬ 'ਚ ਦਿੱਲੀ ਤੱਕ ਜਦੋਂ ਤੱਕ ਕੋਈ ਚਣਕ ਨਹੀਂ ਲੱਗਦੀ ਨਾ, ਅਸੀਂ ਹੁਣ ਟੋਲ ਪਲਾਜ਼ੇ ਵੀ ਰੋਕੇ ਹੋਏ ਨੇ, ਕੇਂਦਰ ਦੇ ਨੇ,
ਪੈਟਰੋਲ ਪੰਪ ਵੀ ਨੇ, ਰਿਲਾਇੰਸ ਦੇ ਨੇ। ਤੇ ਮੈਂ ਬਾਰ-ਬਾਰ ਇੱਕ ਤੁਹਾਡੇ ਚੈਨਲ ਤੇ ਜ਼ਰੂਰ ਕਹਿੰਦਾ ਵੀ ਜੀਓ ਦਾ ਪ੍ਰੋਪਰ ਤੌਰ ਤੇ ਰਿਲਾਇੰਸ ਦਾ ਬਾਈਕਾਟ ਕਰੋ, ਨਾ ਉਹਨਾਂ ਤੋਂ ਤੇਲ ਪਾਓ, ਉਹਨਾਂ ਦੇ ਸਿੰਮਾਂ ਨੂੰ ਵੀ ਬੰਦ ਕਰੋ ਤਾਂ ਜੋ ਉੱਥੇ ਹਲਚਲ ਹੋਵੇ। ਉੱਥੇ ਹਲਚਲ ਜ਼ਰੂਰੀ ਹੈ ਕਿਉਂਕਿ ਨੈਸ਼ਨਲ ਮੀਡੀਆ ਸਾਡੀ ਗੱਲ ਨਹੀਂ ਸੁਣ ਰਿਹਾ। ਉੱਥੇ ਤਾਂ ਐਂ ਆ ਵੀ ਪੰਜਾਬ 'ਚ ਕੁਝ ਹੋ ਹੀ ਨਹੀਂ ਰਿਹਾ, ਪੰਜਾਬ 'ਚ ਜੀਵਨ ਆਮ ਤਰੀਕੇ ਨਾਲ ਚੱਲ ਰਿਹਾ। ਜੇ ਸਰਕਾਰਾਂ ਨੇ ਸਾਡੇ ਨਾਲ ਖੜਨਾ ਤਾਂ ਆਪਦੇ ਝੰਡੇ ਛੱਡ ਕੇ ਅੱਜ ਕਿਸਾਨਾਂ ਦਾ ਮੁੱਦਾ ਹੱਲ ਕਰਾਓ, ਬਾਕੀ ਸਿਆਸਤਾਂ ਬਾਅਦ 'ਚੋਂ ਕਰੀ ਜਾਓ। 2022 ਬਹੁਤ ਦੂਰ ਹੈ ਹਲੇ। ਤੁਸੀਂ ਏਕਤਾ ਦੀ ਗੱਲ ਕੀਤੀ ਹੈ, ਭਾਸ਼ਣ ਦੇ ਵਿੱਚ ਵੀ ਕਿਹਾ ਏਕੇ ਦੀ ਗੱਲ ਕੀਤੀ ਆ। ਲੱਖਾ ਸਿਧਾਣਾ ਤੇ ਦੀਪ ਸਿੱਧੂ ਆਪਣਾ ਵੱਖਰੇ ਜਿਹੜੇ ਧਰਨੇ ਲਗਾਏ ਹੋਏ ਆ, ਕਿਤੇ ਕੱਲ੍ਹ ਨੂੰ ਇਹ ਕਲੰਕ ਤਾਂ ਨਹੀਂ ਲੱਗ ਜੂ ਕਲਾਕਾਰਾਂ ਤੇ ਸਮਾਜ ਸੇਵੀਆਂ ਤੇ ਜੋ ਸਿਆਸੀ ਪਾਰਟੀ ਤੇ ਲੱਗ ਰਿਹਾ ਕਿ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਤਾਰ ਪੀੜੋ ਕੀਤਾ ਜਾ ਰਿਹਾ? ਇਹ ਗੱਲ ਮੇਰੇ ਕੋਲ ਕੱਲ੍ਹ ਦੀ ਆਈ ਹੈ। ਦੇਖੋ ਪਤਾ ਨਹੀਂ ਕਿਉਂ, ਮੈਨੂੰ ਨਹੀਂ ਪਤਾ ਕਿਉਂ ਇਹ ਚੀਜ਼ਾਂ ਵਾਪਰ ਰਹੀਆਂ ਨੇ, ਨਾ ਮੈਨੂੰ ਇੰਨੀ ਇਹਨਾਂ ਚੀਜ਼ਾਂ ਦੀ ਸਮਝ ਹੈ ਜੀ। ਕਿ ਜਦੋਂ ਦੀਪ ਸਾਡਾ ਸਿੱਧੂ ਭਰਾ ਸਾਡਾ ਬਹੁਤ ਨੌਲੇਜ ਰੱਖਦਾ ਹੈ, ਅਸੀਂ ਉਹਨੂੰ ਅੱਗੇ ਲਾਇਆ ਹੋਇਆ ਸੀ। ਜਦੋਂ ਅਸੀਂ ਕਿਸਾਨ ਭਵਨ 'ਚ ਗਏ ਹਾਂ ਜੀ, ਮੈਨੂੰ ਇਹ ਦੁੱਖ ਲੱਗਿਆ ਬਹੁਤ, ਕਿਉਂਕਿ ਲੋਕਾਂ ਨੇ ਮੀਡੀਆ ਦੇ ਥਰੂ ਹਰ ਮੁੱਦੇ ਵਰਸਸ ਕਰਤਾ। ਦੀਪ ਸਿੱਧੂ ਵਰਸਸ ਜਸ ਬਾਜਵਾ ਇੱਕ ਪਲੇਟਫਾਰਮ, ਉਹ ਨਹੀਂ, ਇੱਦਾਂ ਨਹੀਂ ਹੈਗਾ। ਸਾਡਾ ਇੱਕ ਹੀ ਟੀਚਾ ਹੈ, ਪਹਿਲੇ ਦਿਨ ਤੋਂ ਇੱਕ ਹੀ ਸੋਚ ਹੈ, ਅਸੀਂ ਇਹਨਾਂ ਬਿੱਲਾਂ ਦਾ ਵਿਰੋਧ ਕਰਾਉਣਾ ਤੇ ਅਸੀਂ ਕਰਾ ਕੇ ਰਹਾਂਗੇ। ਸਾਡਾ ਕੋਈ ਆਪਸ 'ਚ ਮਤਭੇਦ ਨਹੀਂ ਹੈਗਾ, ਟਾਰਗੇਟ ਸਾਡਾ ਇੱਕ ਹੈ। ਪਰ ਉੱਥੇ ਕੀ ਹੋਇਆ ਜੀ, ਦੇਖੋ ਸਿੱਧੇ ਤੌਰ ਤੇ ਸਾਡੇ ਬਜ਼ੁਰਗ ਨੇ ਇਹ ਲੜਾਈ ਬਹੁਤ ਲੰਬੇ ਚਿਰ ਤੋਂ ਲੜਦੇ ਆ ਰਹੇ ਨੇ। ਅਸੀਂ ਨੌਜਵਾਨਾਂ, ਅਸੀਂ ਕੱਲ੍ਹ ਆਏ ਹਾਂ। ਜਦੋਂ ਕਿਸਾਨ ਭਵਨ 'ਚ 31 ਜਥੇਬੰਦੀਆਂ ਨੂੰ, ਬਲਕਿ ਮੇਰੇ ਕੋਲ ਦੀਪ ਬਾਈ ਦੀ ਵੀਡੀਓ ਵੀ ਪਈ ਹੈ ਜਿੱਥੇ ਉਹਨਾਂ ਦੇ ਐਗਜ਼ੈਕਟਿਵ ਸ਼ਬਦ ਨੇ ਕਿ ਸਾਡੇ 'ਚ ਜੀ ਅੱਜ ਇਹ ਫੈਸਲਾ ਹੋਇਆ, ਪੰਜਾਬ ਦੀਆਂ 31 ਜਥੇਬੰਦੀਆਂ ਤੇ ਸਾਡੇ ਆਰਟ ਨਾਲ ਜੁੜੇ ਹੋਏ ਭਰਾ ਇਹ ਲੜਾਈ ਇਕਜੁੱਟ ਹੋ ਕੇ ਚੱਲਣਗੇ, ਰਲ ਕੇ ਚੱਲਾਂਗੇ, ਕਿਉਂਕਿ ਇਹ ਲੜਾਈ ਲੰਬੀ ਹੈ। ਸਾਡਾ ਕੰਮ ਹੈ ਜੋੜਨਾ, ਨਾ ਕਿ ਤੋੜਨਾ। ਤਾਂ ਫਿਰ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕਿਉਂ ਕਿਸਾਨ ਜਥੇਬੰਦੀਆਂ ਦਾ ਇੱਕਦਮ ਹੀ ਉਹਨਾਂ ਦੇ ਦਿਲ 'ਚ ਕੀ ਆਇਆ, ਬਾਈਕਾਟ ਕਰਤਾ। ਜੇ ਕੋਈ ਗੱਲਬਾਤ ਸੀਗੀ ਉਹਨਾਂ ਦੇ ਦਿਲ 'ਚ ਤਾਂ ਬਾਈ ਆਪ ਕਹਿੰਦਾ ਹੁੰਦਾ ਹੈ ਵੀ ਜਦੋਂ ਤੱਕ ਆਪਾਂ ਬਹਿ ਕੇ ਸੰਵਾਦ ਨਹੀਂ ਕਰਾਂਗੇ ਉਦੋਂ ਤੱਕ ਕਿਸੇ ਚੀਜ਼ ਦਾ ਹੱਲ ਨਹੀਂ ਨਿਕਲੂਗਾ। ਸੋ 7 ਤਰੀਕ ਤੱਕ ਸਾਡਾ ਜ਼ਬਾਨ ਹੋਈ ਸੀ ਜਥੇਬੰਦੀਆਂ ਨਾਲ ਕਿ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਅਸੀਂ ਪ੍ਰੋਪਰ ਤੌਰ ਤੇ ਸਮਰਥਨ ਵੀ ਹੈ ਤੇ ਸਾਥ ਵੀ ਦੇਵਾਂਗੇ। ਤਾਂ 7 ਤਰੀਕ ਕੋਈ ਬਾਹਲੀ ਦੂਰ ਨਹੀਂ ਸੀ, ਬਾਈ ਗੱਲਬਾਤ ਕਰ ਲੈਂਦਾ ਉਹਨਾਂ ਨਾਲ ਬਹਿ ਕੇ। ਜੇ ਕੋਈ ਉਹਨੂੰ ਵਿਚਾਰਕ ਉਹਦੇ ਮਾੜੇ ਮੋਟੇ ਮਤਭੇਦ ਸੀ ਕਲੀਅਰ ਹੋ ਜਾਂਦੇ ਤਾਂ ਲੋਕਾਂ 'ਚ ਇਹ ਇਮੇਜ ਨਾ ਜਾਂਦੀ ਵੀ ਉਹਨੇ ਆਪਦਾ ਅਲੱਗ ਧਾਰਨਾ ਕਰ ਲਿਆ। ਕਿਉਂਕਿ ਇੱਕ ਨੌਜਵਾਨੀ ਜਿਹੜੀ ਲਹਿਰ ਆ ਅੱਜ ਇੱਕ ਮੰਚ ਤੇ ਲੋਕਾਂ 'ਚ ਜੋਸ਼ ਹੈ, ਬਹੁਤ ਚਿਰ ਬਾਅਦ ਇਹ ਜੋਸ਼ ਦੇਖਣ ਨੂੰ ਮਿਲਿਆ ਵੀ ਨੌਜਵਾਨ ਇਕਜੁੱਟ ਹੋ ਕੇ ਘਰੋਂ ਨਿਕਲੇ ਨੇ। ਲੋਕਾਂ 'ਚ ਵੀ ਥੋੜ੍ਹੀ ਜਿਹੀ ਮੈਂ ਕਹਿੰਦਾ ਵੀ ਦੂਰ ਅੰਦੇਸ਼ੀ ਸੋਚ ਰੱਖਿਆ ਕਰੋ, ਨੇੜੇ ਦੀ ਨਾ ਸੋਚਿਆ ਕਰੋ। ਵੀਰੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਸਾਡੇ 'ਚੋਂ ਤੁਸੀਂ ਲੀਡਰ ਨਾ ਦੇਖੋ। ਸਾਡਾ ਕਿੱਤਾ ਜਿਹੜਾ ਉਹ ਗਾਇਕੀ ਦਾ ਹੀ ਹੈ। ਅੱਜ ਅਸੀਂ ਇਸ ਮੁੱਦੇ ਨਾਲ ਤਾਂ ਜੁੜੇ ਹਾਂ ਕਿਉਂਕਿ ਇਹ ਸਾਡਾ ਨਿੱਜੀ ਫਰਜ਼ ਵੀ ਹੈ। ਮੈਂ ਬਾਰ-ਬਾਰ ਕਹਿਣਾ ਸਾਡੀ ਹੋਂਦ ਦਾ ਮਸਲਾ ਵੀ ਹੈ। ਇਹ ਮੁੱਦਾ ਹੱਲ ਹੋ ਜਾਊਗਾ, ਅਸੀਂ ਆਪਦੇ ਕੰਮੀ ਕਾਰੀ ਲੱਗ ਜਾਾਂਗੇ। ਕਿਉਂਕਿ 2000 ਇਲੈਕਸ਼ਨ ਲੜਨੀ ਹੈ ਜਾਂ ਕੋਈ ਹੋਰ ਮੁੱਦੇ ਨੇ ਉਹ ਬਾਅਦ ਦੇ ਨੇ। ਅੱਜ ਜੇ ਕੋਈ ਮੁੱਦਾ ਹੋਣਾ ਚਾਹੀਦਾ ਤਾਂ ਕਿਸਾਨੀ ਦਾ ਹੋਣਾ ਚਾਹੀਦਾ। 2022 ਪਾਰਟੀਆਂ ਵੀ ਬਣਨਗੀਆਂ, ਵੋਟਾਂ ਵੀ ਪੈਣਗੀਆਂ, ਉਹ ਇੱਕ ਅਲੱਗ ਸਿਸਟਮ ਹੈ। ਅੱਜ ਕੋਈ ਮੁੱਦਾ ਹੋਣਾ ਚਾਹੀਦਾ ਕਿਸਾਨੀ ਦਾ ਸੰਘਰਸ਼। ਸਾਡੇ ਜਿਹੜੇ ਬਜ਼ੁਰਗ ਨੇ ਇੱਕ ਲੰਬੇ ਅਰਸੇ ਤੋਂ ਲੜਾਈ ਲੜਦੇ ਆ ਰਹੇ ਨੇ। ਅਸੀਂ ਇਕਜੁੱਟਤਾ ਦੀ ਗੱਲ ਪਹਿਲੇ ਦਿਨ ਤੋਂ ਕਰ ਰਹੇ ਹਾਂ। ਮੈਨੂੰ ਇਹ ਗੱਲ ਨਹੀਂ ਸਮਝ ਲੱਗੀ ਵੀ ਜਦੋਂ ਅਸੀਂ ਤਾਂ ਬਾਈ ਨੂੰ ਮੂਹਰੇ ਲਾਇਆ ਸੀ ਵੀ ਬਾਈ ਤੂੰ ਯਾਰ ਤੂੰ ਕਿਉਂਕਿ ਵਧੀਆ ਬੁਲਾ ਰਿਹਾ, ਤੈਨੂੰ ਨੌਲੇਜ ਵੀ ਆ, ਪੜ੍ਹਿਆ ਲਿਖਿਆ ਵੀ ਆ, ਤੂੰ ਮੂਹਰੇ ਲੱਗ। ਆਰਟਿਸਟ ਭਰਾਵਾਂ ਵੱਲੋਂ ਵੀ ਉਹ ਮੂਹਰੇ ਲੱਗਿਆ, ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਤੇ ਬਾਈ ਨੇ ਕਹਿਤਾ ਵੀ ਸਾਡਾ ਟੋਟਲ ਤੌਰ ਤੇ ਸਮਰਥਨ ਆ। ਜਦੋਂ ਕੱਲ੍ਹ ਇਹ ਨਿਊਜ਼ ਆਈ ਬਾਈ ਨੇ ਕਿਹਾ ਵੀ ਮੇਰਾ ਤਾਂ ਜੀ ਸਿੰਗਰਾਂ ਨੇ ਬਾਈਕਾਟ ਕਰਤਾ। ਇੱਕ ਵੀ ਕਿਸੇ ਆਰਟਿਸਟ ਨੇ ਭਰਾ ਨੇ ਬਾਈਕਾਟ ਨਹੀਂ ਕੀਤਾ ਕਿਉਂਕਿ ਉਹ ਸਾਡਾ ਪਰਿਵਾਰ ਆ, ਸਾਡਾ ਭਰਾ ਹੈ ਨਾ ਕਿਸੇ। ਫਿਰ ਬਾਈ ਦੇ ਆਪਦੇ ਸੋਚ ਹੁੰਦੀ ਹਰ ਇੱਕ ਦੀ। ਬਾਈ ਕਹਿੰਦਾ ਵੀ ਜਿਹੜੀਆਂ ਜਥੇਬੰਦੀਆਂ ਨੇ ਇਹ ਵਿਕਾਊ ਨੇ, ਇਹ ਵਿਕ ਜਾਂਦੀਆਂ ਨੇ। ਸੋ ਆਪਾਂ ਨੂੰ ਮੈਨੂੰ ਲੱਗਦਾ ਇਹ ਗੱਲ ਕਹਿਣੀ ਮੁਨਾਸਿਬ ਨਹੀਂ ਹੈਗੀ ਇਸ ਟਾਈਮ ਤੇ, ਕਿਉਂਕਿ 5 ਉਂਗਲੀਆਂ ਇੱਕਸਾਰ ਨਹੀਂ ਹੁੰਦੀਆਂ। ਮੈਂ ਵਾਰ-ਵਾਰ ਕਹਿਣਾ ਵੀ ਪਹਿਲਾਂ ਲੜਾਈ ਖੇਤੀ ਦੀ ਸੀ, ਚਾਹੇ ਉਹ ਸਬਸਿਡੀ ਦੀ ਹੋਵੇ, ਚਾਹੇ ਉਹ ਸਾਡੀਆਂ ਫਸਲਾਂ ਦੇ ਰੇਟਾਂ ਦੀ ਹੋਵੇ, ਚਾਹੇ ਉਹ ਹੋਰ ਮੁੱਦੇ ਹੋਣ। ਅੱਜ ਲੜਾਈ ਖੇਤਾਂ ਦੀ ਆ। ਸੋ ਆਪਾਂ ਨੂੰ ਇਕਜੁੱਟਤਾ ਦੀ ਲੋੜ ਆ। ਆਪਾਂ ਆਪਸ 'ਚ ਇਹ ਕਰਕੇ ਵੀ ਉੱਥੇ ਉਹਨੇ ਧਰਨਾ ਲਾ ਲਿਆ, ਅਸੀਂ ਉੱਥੇ ਧਰਨਾ ਲਾ ਲਿਆ, ਲੋਕਾਂ 'ਚ ਫਾੜ ਨਾ ਪਾਈਏ। ਜੇ ਕੋਈ ਬਾਈ ਦੇ ਮਾੜਾ ਮੋਟਾ ਕੋਈ ਵਿਚਾਰਕ ਮਤਭੇਦ ਨੇ, ਮੈਂ ਬੇਨਤੀ ਕਰੂੰਗਾ ਵੀਰੇ ਨੂੰ ਵੀ ਤੁਸੀਂ ਜਥੇਬੰਦੀਆਂ ਨਾਲ ਬਹਿ ਕੇ ਨਿਬੇੜ ਲਓ। ਕਿਉਂਕਿ ਵਾਰ-ਵਾਰ ਜਥੇਬੰਦੀਆਂ ਦਾ ਜ਼ਿਕਰ ਮੈਂ ਤਾਂ ਕਰ ਰਿਹਾ ਕਿਉਂਕਿ ਸਰਕਾਰ ਹੈ ਜਿਹੜੀ ਸੂਬੇ ਦੀ, ਸਾਡੇ ਨਾਲ ਮੀਟਿੰਗ ਤੋਂ ਪਹਿਲਾਂ ਜਥੇਬੰਦੀਆਂ ਉੱਥੇ ਜਾ ਕੇ ਆਈਆਂ ਨੇ ਤੇ ਸਰਕਾਰ ਨੇ ਵੀ ਇਹ ਉਹਨਾਂ ਨੂੰ ਸਮਰਥਨ ਦਿੱਤਾ ਹੈ ਕਿ ਕੋਰਟ ਵਾਲੀ ਲੜਾਈ ਅਸੀਂ ਲੜਾਂਗੇ, ਥੱਲੇ ਗਰਾਊਂਡ ਲੈਵਲ ਤੇ ਲੜਾਈ ਤੁਸੀਂ ਲੜੋ। ਤਾਂ ਕਰਕੇ ਅਸੀਂ ਬਾਈ ਤੋਂ ਪੁੱਛ ਕੇ ਜਥੇਬੰਦੀਆਂ ਨੂੰ ਸਮਰਥਨ ਦਿੱਤਾ ਸੀ। ਬਾਈ ਨਾ ਕਹਿੰਦਾ ਵੀ ਆਪਾਂ ਯਾਰ ਜਥੇਬੰਦੀਆਂ ਨੂੰ ਸਮਰਥਨ ਨਹੀਂ ਦੇਣਾ, ਆਪਾਂ ਆਪਣਾ ਅਲੱਗ ਹੋ ਕੇ ਲੜਨਾ, ਤਾਂ ਅਸੀਂ ਉਸ ਚੀਜ਼ ਤੇ ਵਿਚਾਰ ਕਰ ਲੈਂਦੇ।
ਸਾਡੇ ਤੋਂ ਤਾਂ ਬਾਈ ਨੇ ਇਹ ਗੱਲ ਕਹਾਤੀ, ਫਿਰ ਉਹ ਗੱਲ ਉੱਥੇ ਮੈਂ ਕਹਿ ਕੇ ਹਟਿਆ ਵੀ ਜਦੋਂ ਬੰਦਾ ਜਵਾਨ ਤੋਂ ਹੀ ਫਿਰ ਗਿਆ ਤਾਂ ਫਿਰ ਉਹ ਬੰਦਾ ਕਾਹਦਾ ਜੀ। ਜਦੋਂ ਅਸੀਂ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਜਵਾਨ ਹੀ ਦੇਤੀ ਤਾਂ ਫਿਰ ਅਸੀਂ ਹੁਣ ਪਿੱਛੇ ਨਹੀਂ ਹਟ ਸਕਦੇ ਜਥੇਬੰਦੀਆਂ ਤੋਂ। ਸੋ ਅਸੀਂ ਰਲ ਕੇ ਚੱਲਾਂਗੇ ਜੀ ਜਥੇਬੰਦੀਆਂ ਨਾਲ। ਜਥੇਬੰਦੀਆਂ ਤੇ ਲੱਗਦੇ ਦੋਸ਼ ਕੀ ਬਕਾਊ ਆ, ਸਿਆਸੀ ਪਾਰਟੀਆਂ ਲੱਗਦੇ ਕਿ ਸਿਆਸਤ ਕਰਨ ਦੇ ਵਾਸਤੇ ਸਿਆਸੀ ਰੋਟੀਆਂ ਸੇਕੀ ਜਾਂਦੀਆਂ। ਕਿਤੇ ਇਸ ਦੇ ਵਿੱਚ ਵੀ ਦੀਪ ਸਿੱਧੂ ਤੇ ਤਾਂ ਨਹੀਂ ਆਰੋਪ ਲੱਗ ਰਹੇ, ਉਹਨਾਂ ਤੇ ਵੀ ਲੱਗ ਰਿਹਾ ਕਿ ਕਿਤੇ ਸਿਆਸੀ ਪਾਰਟੀ ਦੇ ਨਾਲ ਕਿਤੇ ਗੱਠਜੋੜ ਹੋ ਗਿਆ ਉਹਨਾਂ ਦਾ, ਇਹ ਜਿਹੜਾ ਸੰਘਰਸ਼ ਨੂੰ ਤੋੜਨ ਵਾਸਤੇ ਸਾਰਾ ਕੁਝ ਕੀਤਾ। ਦੇਖੋ ਮੈਂ ਤੁਹਾਨੂੰ ਸਪਸ਼ਟ ਗੱਲ ਦੱਸਦਾ ਵੀ ਮੈਂ ਇੱਕ ਉੱਦਾਂ ਦਾ ਬੰਦਾ ਵੀ ਜੋ ਮੇਰੇ ਦਿਲ 'ਚ ਗੱਲ ਹੈ ਉਹ ਮੈਂ ਮੂੰਹ ਤੇ ਹੀ ਬੋਲਦਾ। ਮੈਨੂੰ ਕੋਈ ਕਿਸੇ ਦਾ ਡਰ ਨਹੀਂ, ਚਾਹੇ ਸਾਡੇ ਬਜ਼ੁਰਗ ਬੈਠੇ ਨੇ। ਮੈਂ ਇੱਥੋਂ ਵੀ ਮੈਕ ਤੋਂ ਕਹੀ ਹੈ ਵੀ ਜਿੱਦਣ ਸਾਡੀ ਮੀਟਿੰਗ ਸੀਗੀ ਜਥੇਬੰਦੀਆਂ ਨਾਲ, ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਵੀ 31 ਜਥੇਬੰਦੀਆਂ ਨੇ। ਜਦੋਂ ਮੈਨੂੰ ਪਤਾ ਲੱਗਿਆ ਵੀ 31, ਮੈਂ ਆਪਦੇ ਦਿਮਾਗ 'ਚ ਸੋਚਿਆ ਯਾਰ ਵੀ ਜ਼ਿਲ੍ਹੇ 22 ਨੇ ਤੇ ਜਥੇਬੰਦੀਆਂ 31। ਇੱਕ ਵਾਰੀ ਮੈਨੂੰ ਔੜ ਲੱਗਿਆ ਵੀ ਯਾਰ ਇੰਨੀਆਂ ਜਥੇਬੰਦੀਆਂ, ਵੀ ਹਰੇਕ ਆਪਦੀ ਜਥੇਬੰਦੀ, ਵੀ 4 ਬੰਦੇ ਇਕੱਠੇ ਹੋਏ ਜਥੇਬੰਦੀ, ਵੀ ਹੋ ਸਕਦਾ ਸਿਆਸੀ ਵੀ ਹੋਣ, ਹੋ ਸਕਦਾ ਨਿੱਜੀ ਵੀ ਹੋਣ, ਪਰ ਚਲੋ ਜੋ ਵੀ ਹੈ ਅੱਜ ਉਹਨਾਂ ਨੇ ਏਕੇ ਦਾ ਤਾਂ ਸੰਕੇਤ ਦਿੱਤਾ ਨਾ, ਤੇ ਨਾਲ ਉਹਨਾਂ ਨੇ ਇਹ ਗੱਲ ਕਹੀ ਆ ਵੀ 7 ਮੈਂਬਰ ਤੁਹਾਡੇ, 7 ਮੈਂਬਰ ਸਾਡੇ। ਹੁਣ ਆਪਾਂ ਜਥੇਬੰਦੀਆਂ ਨੂੰ ਬਕਾਊ ਕਿਵੇਂ ਕਹਿ ਦਾਂਗੇ ਜਦੋਂ ਉਹਨਾਂ ਨੇ ਸਾਨੂੰ ਆਪਸ਼ਨ ਹੀ ਦਿੱਤੀ ਵੀ 7 ਜਣੇ ਤੁਸੀਂ ਹੋ, 7 ਜਣੇ ਅਸੀਂ ਆ। ਜੇ ਅੱਜ ਆਪਾਂ ਜਥੇਬੰਦੀਆਂ ਨੂੰ ਬਕਾਊ ਕਵਾਂਗੇ ਤਾਂ ਫਿਰ ਨਾਲ ਜਿਹੜੇ ਸਾਡੇ 7 ਭਰਾ ਨੇ ਫਿਰ ਬਕਾਊ ਤਾਂ ਸਿੱਧੇ ਤੌਰ ਤੇ ਉਹ ਵੀ ਹੋ ਗਏ ਨਾ। ਤੁਸੀਂ ਕਲਾਕਾਰ ਤੌਰ ਤੇ ਸਾਡੇ ਨੌਜਵਾਨ ਫੋਲੋ ਕਰਦੇ ਆ, ਸਾਨੂੰ ਸੜਕਾਂ ਤੇ ਆਏ, ਆਪਾਂ ਮੰਨਦੇ ਆ, ਚਲੋ ਰੋਸ ਆਪਣੇ ਕਰਕੇ ਵੀ ਆਇਆ, ਅਸੀਂ ਅਵੇਅਰ ਵੀ ਕੀਤਾ, ਸਾਡਾ ਫਰਜ਼ ਵੀ ਬਣਦਾ ਸੀ। ਪਰ ਜਦੋਂ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਸਿੱਧੇ ਤੌਰ ਤੇ ਬਾਈ ਫੋਨ ਬੰਦ ਕਰ ਲਿਆ, ਸਿੱਧੇ ਤੌਰ ਤੇ ਇਹ ਗੱਲ ਕਹਿਤੀ ਸੀ ਵੀ ਇੱਕ ਟੀਮ ਬਣਾ ਲਓ, 7 ਤੁਸੀਂ 7 ਅਸੀਂ, ਆਪਾਂ ਰਲ ਕੇ ਚੱਲਦੇ ਹਾਂ। ਫਿਰ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਗੱਲ ਕਹਿਣੀ ਉਹਨਾਂ ਨੂੰ ਗਲਤ ਸੀ ਵੀ ਇਹ ਬਕਾਊ ਨੇ, ਅਸੀਂ ਇਹਨਾਂ ਨਾਲ ਨਹੀਂ ਚੱਲ ਸਕਦੇ। ਜੇ ਕਹਿਣੀ ਸੀ ਬਾਈ ਨੇ ਤਾਂ ਫਿਰ ਉਸੇ ਦਿਨ ਮੀਟਿੰਗ ਦੇ ਵਿੱਚ ਕਹਿ ਦਿੰਦਾ ਵੀ ਮੈਂ ਜਥੇਬੰਦੀਆਂ ਨਾਲ ਨਹੀਂ ਚੱਲਣਾ। ਉੱਥੇ ਤਾਂ ਕਿਹਾ ਆ, ਹੁਣ ਦੇਖੋ ਉੱਥੇ ਉਹਨਾਂ ਨੇ ਕਹਿਤਾ, ਵੀਡੀਓ ਵੀ ਤੁਸੀਂ ਦੇਖੋ ਡੇਲੀ ਪੋਸਟ ਤੇ ਹੀ ਆ ਵੀ ਸਮਰਥਨ ਆ ਜੀ ਸਾਡਾ ਜਥੇਬੰਦੀਆਂ ਨੂੰ। ਅਸੀਂ ਉਹਦੇ ਪਿੱਛੇ ਅਸੀਂ ਵੀ ਸਮਰਥਨ ਦੇਤਾ ਵੀ ਸਾਡਾ ਵੀ ਸਮਰਥਨ ਆ। ਅੱਜ ਬਾਈ ਅੱਡ ਹੋ ਗਿਆ, ਆਪਦਾ ਮੋਰਚਾ ਲਾ ਲਿਆ, ਲੋਕ ਸਾਨੂੰ ਕਹਿੰਦੇ ਯਾਰ ਤੁਸੀਂ ਅੱਡੋ ਪਾਰਟੀ ਹੋ ਗਏ। ਹੁਣ ਅਸੀਂ ਅੱਡੋ ਪਰ ਸਾਡਾ ਕਸੂਰ ਤਾਂ ਦੱਸੋ ਕੀ ਹੈ ਜੀ? ਜਦੋਂ ਸਾਡੇ ਬਜ਼ੁਰਗਾਂ ਨੂੰ ਅਸੀਂ ਜਵਾਨ ਹੀ ਦਿੱਤੀ ਤਾਂ ਜੇ ਅਸੀਂ ਮੁੱਕਰ ਜਾਂਦੇ ਤਾਂ ਫਿਰ ਸਾਡੇ ਬਜ਼ੁਰਗ ਕੀ ਸੋਚਦੇ ਸਾਡੇ ਬਾਰੇ ਵੀ ਨਵੀਂ ਮੰਡੀਰ ਨੂੰ ਭੜਕਾਉਂਦੇ ਫਿਰਦੇ ਨੇ, ਆਪਦਾ ਲੱਗ ਤੁਰਦੇ ਫਿਰਦੇ ਨੇ। ਫਿਰ ਏਕਾ ਕਿੱਥੇ ਰਹਿ ਜਾਂਦਾ ਜਿਹੜਾ ਪਹਿਲੇ ਦਿਨ ਤੋਂ ਅਸੀਂ ਰੌਲਾ ਪਾਉਂਦੇ ਫਿਰਦੇ ਆ ਵੀ ਇੱਕ ਹੋ ਕੇ ਚੱਲੀਏ, ਇੱਕ ਹੋ ਕੇ ਚੱਲੀਏ। ਜਥੇਬੰਦੀਆਂ ਦੇ ਏਕੇ ਨਾਲ ਕੀ ਹੋਇਆ? 14 ਜਥੇਬੰਦੀਆਂ 7 ਤਰੀਕ ਨੂੰ ਹਰਿਆਣੇ ਦੀਆਂ ਸਾਡੇ ਨਾਲ ਨੇ, 2 ਜਥੇਬੰਦੀਆਂ ਮੱਧ ਪ੍ਰਦੇਸ਼ ਦੀਆਂ, ਤੇ ਇਹਨਾਂ ਧਰਨਿਆਂ ਕਰਕੇ ਸਰਕਾਰ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਪੈ ਗਿਆ। ਪੰਜਾਬ ਲੈਵਲ ਤੇ ਇੱਕ ਕਮੇਟੀ ਬਣੀ ਆ ਕੇਂਦਰ ਸਰਕਾਰ ਦੀ, ਜਿਨ੍ਹਾਂ ਨੇ ਕਿਹਾ ਆ ਕਿ ਸਾਡੇ ਨਾਲ ਗੱਲਬਾਤ ਕਰੋ। ਤੁਹਾਨੂੰ ਪਤਾ ਹੋਵੇ ਕੱਲ ਪਰਸੋਂ ਕੋਈ ਬੀਜੇਪੀ ਦਾ ਇੱਥੇ ਮਿਨਿਸਟਰ ਆ ਕੇ ਗਿਆ ਪੰਜਾਬ 'ਚ, ਉਹ ਕਿਉਂ ਆਇਆ? ਉਹ ਮਾਹੌਲ ਚੈੱਕ ਕਰਨ ਆਇਆ ਵੀ ਪੰਜਾਬ 'ਚ ਮਾਹੌਲ ਕੀ ਆ। ਆਇਆ ਵੀ ਸਿੱਖ ਫੇਸ ਹੈ, ਕੋਈ ਕੱਲ ਆਇਆ, ਹਾਂਜੀ ਹਰਦੀਪ ਪੁਰੀ, ਹਰਦੀਪ ਆਇਆ, ਤੁਸੀਂ ਸਿਆਣੇ ਹੋ ਜੀ, ਉਹ ਚੈੱਕ ਹੀ ਕਰਨ ਆਇਆ ਸੀ ਮਾਹੌਲ ਕੀ ਹੈ, ਤੇ ਭੇਜਿਆ ਵੀ ਸਿੱਖ ਫੇਸ ਸੀ। ਸਰਕਾਰ ਤੇ ਪ੍ਰੈਸ਼ਰ ਹੈ ਨਾ ਜੀ ਸਿੱਧੇ ਤੌਰ ਤੇ, ਇਹ ਤਾਂ ਨਕਾਰਾ ਨਹੀਂ ਕਰ ਸਕਦੇ। ਅੱਜ ਮੁੱਦਾ ਵੀਰੇ ਵਿਕਣ ਵਿਕਾਉਣ ਦਾ ਨਹੀਂ ਹੈਗਾ। ਜੇ ਕੋਈ ਸਰਕਾਰ ਵੀ ਇਹਨਾਂ ਬਿੱਲਾਂ ਦੇ ਹੱਕ 'ਚ ਖੜੂਗੀ ਤਾਂ ਮੈਂ ਗਿਣਤੀ ਲਿਖ ਕੇ ਦੇ ਸਕਦਾ ਦਾਅਵੇ ਨਾਲ ਕਿ ਪੰਜਾਬ ਦੇ ਲੋਕ ਤਖਤਾ ਪਲਟ ਦੇਣਗੇ ਉਸੇ ਵੇਲੇ, ਕਦੇ ਮਾਫ ਨਹੀਂ। ਜ਼ਿੰਦਗੀ 'ਚ ਭੁੱਲ ਜਾਣ ਜਿਹੜੇ ਉਹ ਬਿੱਲਾਂ ਦੇ ਨਾਲ ਕੇਂਦਰ ਦੀ ਸਰਕਾਰ ਨਾਲ ਖੜਨਗੇ ਵੀ ਮੁੜ ਕੇ ਉਹ ਸੱਤਾ 'ਚ ਆ ਜਾਣਗੇ। ਸੋ ਸਾਨੂੰ ਜਿਹੜੇ ਬੰਦੇ ਬੁੱਧੀਜੀਵੀ ਬਾਹਰਲੇ ਮੁਲਕਾਂ ਤੋਂ ਸਾਨੂੰ ਕਹਿੰਦੇ ਆ ਵੀ ਤੁਸੀਂ ਆਡੋ ਪਾਰਟ ਹੋ ਗਏ, ਤੁਸੀਂ ਦੀਪ ਬਾਈ ਦੇ ਨਾਲ ਨਹੀਂ ਚੱਲੇ, ਸਾਨੂੰ ਤਾਂ ਇਹ ਚੀਜ਼ ਸੁਣ ਕੇ ਹੀ ਦੁੱਖ ਲੱਗੀ ਵੀ ਯਾਰ ਇੱਕ ਸੰਘਰਸ਼ ਮੋਰਚਾ ਬੜੇ ਲੰਬੇ ਅਰਸੇ ਤੋਂ ਬਾਅਦ ਪੰਜਾਬ 'ਚ ਇੱਕ ਲਹਿਰ ਚੱਲੀ ਆ ਵੀ ਆਪਾਂ ਇਹਨੂੰ ਕਿਉਂ ਅੱਡ ਕਰ ਲਿਆ? ਜੇ ਵਿਚਾਰਕ ਤੁਹਾਡੇ ਮਤਭੇਦ ਸੀਗੇ ਤਾਂ ਤੁਸੀਂ ਬਹਿ ਕੇ ਨਿਬੇੜ ਲੈਂਦੇ ਨਾ। ਉਹਨਾਂ ਨੂੰ ਛੱਡੀਏ ਅੱਡ ਹੋਣ ਵਾਲਿਆਂ ਨੂੰ ਯਾਰ ਬੜੇ ਚੁੱਪ ਜੇਕਰ ਉਹਨਾਂ ਨੂੰ ਛੱਡੀਏ, ਆਪਾਂ ਜਿਹੜੇ ਤੁਹਾਡੇ ਨਾਲ ਜਿਹੜੇ ਗਾਇਕ ਐਸੋਸੀਏਸ਼ਨ ਨਾਲ ਜੁੜੇ ਹੋਏ, ਤੁਸੀਂ ਨਿਰੰਤਰ ਸੰਘਰਸ਼ ਜਾਰੀ ਰੱਖੋਗੇ ਔਰ 6, 8, 10 ਦਿਨਾਂ ਦਾ ਪ੍ਰੋਗਰਾਮ ਹੈ, ਚਾਹੇ ਰਿਲਾਇੰਸ ਪੰਪ ਘੇਰਨ ਦਾ, ਚਾਹੇ ਮਲਟੀਨੈਸ਼ਨਲ ਕੰਪਨੀਆਂ ਨੂੰ, ਉਹਦੇ ਵਿੱਚ ਕੀ ਰੋਲ ਰਹੇਗਾ? ਬਾਈ ਜੀ 6, 8, 10 ਨਹੀਂ, ਜਦੋਂ ਤੱਕ ਇਹ ਸੰਘਰਸ਼ ਚੱਲੂਗਾ ਉਦੋਂ ਤੱਕ ਪ੍ਰੋਪਰ ਤੌਰ ਤੇ ਦੇਖੋ ਗੱਲ ਬਾਰ-ਬਾਰ ਮੈਂ ਕਲੀਅਰ ਕਰਦਾ ਵੀ ਜਥੇਬੰਦੀਆਂ ਤੇ ਸਵਾਲ ਕਿਉਂ ਉੱਠਦਾ? ਧੂਆਂ ਉੱਥੋਂ ਹੀ ਉੱਠੂਗਾ ਨਾ ਜਿੱਥੇ ਅੱਗ ਲੱਗੀ ਹੋਊਗੀ। ਪਹਿਲਾਂ ਰੈਕਡ ਆ ਜਿਹੜਾ ਉਹ ਨਹੀਂ ਕਲੀਨ ਰਿਹਾ, ਪਰ ਪਹਿਲਾਂ ਪੰਜਾਬ ਦੇ ਮੁੱਦੇ ਹੋਰ ਸੀ, ਅੱਜ ਇਹ ਮੁੱਦਾ ਹੋ ਰਿਹਾ। ਅੱਜ ਸਾਡੀ ਹੋਂਦ ਦਾ ਮੁੱਦਾ ਹੈ, ਆਉਣ ਵਾਲੀਆਂ ਨਸਲਾਂ ਦਾ, ਆਉਣ ਵਾਲੀਆਂ ਪੀੜ੍ਹੀਆਂ ਖਾਊਗਾ ਕੀ? ਪੰਜਾਬ ਨੂੰ ਸਿਰਜਿਆ ਹੀ ਨਹੀਂ ਜਾ ਸਕਦਾ ਖੇਤੀ ਤੋਂ ਬਿਨਾਂ। ਅੱਜ ਜਿਹੜਾ ਵੀ ਬੰਦਾ ਅੱਗੇ ਜਾ ਕੇ ਤੁਹਾਨੂੰ ਲੱਗਦਾ ਵੀ ਕੋਈ 19-21 ਸਟੈਂਡ ਤੋਂ ਥੱਲੇ ਹੋ ਗਿਆ ਤਾਂ ਪੰਜਾਬ ਦੇ ਲੋਕ ਉਹਨੂੰ ਬਖਸ਼ਣਗੇ ਨਹੀਂ। ਫਿਰ ਅਸੀਂ ਮੰਨ ਲਓ, ਤੁਸੀਂ ਸੋਚੋ ਵੀ ਅਸੀਂ ਕਲਾਕਾਰ ਵੀ ਇਕੱਠੇ ਹੋ ਜਾਂਦੇ, ਸਰਕਾਰ ਵੀ ਇਕੱਠੇ, ਫਿਰ ਜਥੇਬੰਦੀਆਂ ਅਲੱਗ ਚੱਲਦੀਆਂ? ਇਹ ਕਦੇ ਵੀ ਨਹੀਂ ਹੋ ਸਕਦਾ। ਇਹ ਲੜਾਈ ਇਹਨਾਂ ਦੀ ਹੈ। ਜਦੋਂ ਉੱਤੇ ਬੁਲਾਉਣਾ ਹੈ ਤਾਂ ਜਥੇਬੰਦੀਆਂ ਦੇ ਮੈਂਬਰਾਂ ਨੂੰ ਬੁਲਾਉਣਾ, ਉਹਨਾਂ ਨੇ ਕਲਾਕਾਰਾਂ ਨੂੰ ਨਹੀਂ ਬੁਲਾਉਣਾ ਹੈਗਾ। ਸੋ ਤਾਂ ਕਰਕੇ ਮੇਰੀ ਤਾਂ ਹਲੇ ਵੀ ਬੇਨਤੀ ਆ ਵੀ ਆਪਾਂ ਇੱਕ ਹੋ ਕੇ ਚੱਲੀਏ। ਇੱਕੇ 'ਚ ਹੀ ਪਹਿਲੇ ਦਿਨ ਤੋਂ ਜਦੋਂ ਆਪਾਂ ਹੁੱਕਾ ਦਿੰਦੇ ਆਉਂਦੇ ਆ, ਇਹ ਪ੍ਰੂਫ ਹੈ ਵੀ ਬਾਈ ਨੂੰ ਗੱਭੇ ਬੈਠਾ, ਕਾਲੀ ਟੀ-ਸ਼ਰਟ ਪਾਈ ਹੈ, ਮੈਂ ਇੱਧਰਲੇ ਪਾਸੇ ਬੈਠਾ, ਬਾਈ ਨੇ ਕਿਹਾ
ਵੀ ਪ੍ਰੋਪਰ ਤੌਰ ਤੇ ਸਾਡਾ ਸਮਰਥਨ ਜਥੇਬੰਦੀਆਂ ਨੂੰ ਆ। ਇਹ ਲੜਾਈ ਲੰਬੀ ਆ, ਅਸੀਂ ਰਲ ਕੇ ਚੱਲਾਂਗੇ। 14 ਮੈਂਬਰੀ ਕਮੇਟੀ ਬਣੂਗੀ, ਫਿਰ 3 ਦਿਨਾਂ ਬਾਅਦ ਆਪਾਂ ਇਹ ਕਿਉਂ ਕਹਿ ਰਹੇ ਹਾਂ ਵੀ ਜਥੇਬੰਦੀਆਂ ਵਿਕ ਜਾਣਗੀਆਂ? ਇਹ ਗੱਲ ਤੁਸੀਂ ਉੱਥੇ ਉਹਨਾਂ ਦੇ ਮੂੰਹ ਤੇ ਕਿਉਂ ਨਹੀਂ ਕਹੀ? ਕਿਸਾਨ ਕਿਤੇ ਨਾ ਕਿਤੇ ਮਾਯੂਸ ਗੁੰਮਰਾਹ ਕਰ ਰਹੇ ਹੋ। ਇਸ ਵਕਤ ਲੋੜ ਹੈ, ਉੱਥੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਗੱਲ ਇਹ ਜਿਹੜਾ ਕਹਿੰਦੇ ਆ ਨਾ ਵੀ ਮੋਰਚੇ ਨੂੰ ਸੰਨਣ ਲੱਗ ਗਿਆ, ਇਹ ਉਹ ਚੀਜ਼ ਹੈ। ਸੋ ਅਸੀਂ ਉਹ ਵੀਰ ਤੋਂ ਇਹ ਆਸ ਨਹੀਂ ਕਰਦੇ ਸੀ ਵੀ ਇਦਾਂ ਕੋਈ ਰਾਤੋਂ ਰਾਤ ਬਿਆਨ ਆਊਗਾ ਤੇ ਲੋਕ ਜਿਹੜੇ ਬਾਹਰਲੇ ਬੁੱਧੀਜੀਵੀ ਬੈਠੇ ਨੇ, ਤੁਸੀਂ ਇਹ ਗੱਲ ਨੂੰ ਵਿਚਾਰੋ। ਇਹ ਕੋਈ ਸਮਰਥਨ ਮੈਂ ਨਹੀਂ ਦਿੱਤਾ ਹੈਗਾ ਕੱਲਾ ਜਥੇਬੰਦੀਆਂ ਨੂੰ, ਜਾਂ ਇਹ ਜਸ ਬਾਜਵੇ ਦਾ ਰੌਲਾ ਨਹੀਂ ਹੈਗਾ। ਇਹ ਮੇਰਿਆਂ ਖੇਤਾਂ, ਮੇਰਾ ਤਾਂ ਨਿੱਜੀ ਫਰਜ਼ ਹੈ। ਜੇ ਮੈਂ ਕਲਾ ਕਰਨਾ ਹੁੰਦਾ ਤਾਂ ਵੀ ਮੈਂ ਧਰਨਿਆਂ 'ਚ ਆਉਂਦਾ। ਪਰ ਕਿਤੇ ਨਾ ਕਿਤੇ ਤੁਸੀਂ ਇਸ ਗੱਲ ਨੂੰ ਸੋਚੋ ਤਾਂ ਸਹੀ ਵੀ ਜਦੋਂ ਆਪਾਂ ਇੱਕ ਗੱਲ ਜਵਾਨ ਕਰਕੇ ਆਏ ਆ, ਵੀ ਜਿਹੜਾ ਬੰਦਾ ਜਵਾਨ ਤੋਂ ਹੀ ਮੁੱਕਰ ਗਿਆ, ਫਿਰ ਉਹ ਕੱਲ ਨੂੰ ਉਹਦੇ ਤੇ ਅਸੀਂ ਕਿਵੇਂ ਯਕੀਨ ਕਰ ਲਾਂਗੇ? ਸੋ ਮੇਰਾ ਕੋਈ ਦੀਪ ਬਾਈ ਨਾਲ, ਉਹਨਾਂ ਨੇ, ਮੈਨੂੰ ਨਹੀਂ ਪਤਾ ਉਹਨਾਂ ਦੀ ਮਨਸ਼ਾ ਕੀ ਹੈ, ਕੋਈ ਉਹਨਾਂ ਨੇ ਆਉਣ ਵਾਲੇ ਸਮੇਂ 'ਚ ਸਿਆਸਤ 'ਚ ਆਉਣਾ। ਅਸੀਂ, ਮੈਂ ਪਹਿਲਾਂ ਕਹਿ ਕੇ ਹਟਿਆ, ਮੋਢੇ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ ਹੈ। ਪਰ ਅੱਜ ਉਹ ਮੁੱਦਾ ਨਹੀਂ ਹੋਣਾ ਚਾਹੀਦਾ। ਅੱਜ ਮੁੱਦਾ ਹੋਣਾ ਚਾਹੀਦਾ ਇਹਨਾਂ ਬਿੱਲਾਂ ਦਾ ਬਾਈਕਾਟ ਕਰਵਾ ਦਿਓ। ਦੀਪ ਬਾਈ ਕਰਵਾ ਦੇਵੇ, ਮੈਂ ਕਹਿੰਦਾ ਮੈਂ ਅੱਗੇ ਹੋ ਕੇ ਲੜੂੰਗਾ ਬਾਈ ਦੇ, ਕਹੂੰਗਾ ਲੋਕਾਂ ਨੂੰ ਵੀ ਯਾਰ ਸਾਡਾ ਬਾਈ ਨੇ ਹੱਲ ਕਰਵਾਤਾ, ਅਸੀਂ ਇਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ, ਅਸੀਂ ਬਾਈ ਨੂੰ, ਬਾਈ ਦਾ ਸਮਰਥਨ ਦੇਣਾ। ਪਰ ਅੱਜ ਮੁੱਦਾ ਕੁਝ ਹੋਰ ਹੈ। ਅੱਜ ਮੁੱਦਾ ਸਿਰਫ ਇਕੱਠੇ ਚੱਲਣ ਦਾ ਤੇ ਇਹਨਾਂ ਬਿੱਲਾਂ ਨੂੰ ਰੱਦ ਕਰਾਉਣ ਦਾ। ਅੱਜ ਆਪਦਿਆਂ ਦੇ ਰਾਹ ਪਾੜ ਕੇ ਚੱਲਣ ਦੀ ਗੱਲ ਨਹੀਂ ਹੈਗੀ। ਸੋ ਮੈਨੂੰ ਲੱਗਦਾ ਜੇ ਕੋਈ ਥੋੜੇ ਮੋਟੇ, ਮਾੜੇ ਮੋਟੇ, ਚਲੋ ਵੱਡਾ ਸੰਘਰਸ਼ ਹੈ, ਚੱਲ ਹੋ ਜਾਂਦਾ ਮਨੋ ਮਟਾਵ ਭਰਾਵਾਂ 'ਚ, ਘਰ 'ਚ ਵੀ ਦੋ ਭਾਂਡੇ, ਪੰਜਾਬੀਆਂ ਦਾ ਸੁਭਾਅ ਤਾਂ ਉੱਦਾਂ ਵੀ ਥੋੜਾ ਜਿਹਾ ਅੜਦਾ ਇਸ ਪੱਖੋਂ। ਜੇ ਕੋਈ ਬਾਈ ਦੇ ਦਿਲ 'ਚ ਕੋਈ ਗੱਲਬਾਤ ਹੈਗੀ ਉਹ ਕਲੀਅਰ ਕਰ ਲਵੇ। ਬਾਈ ਜਥੇਬੰਦੀਆਂ ਸਾਰੀਆਂ ਦੇ ਮੈਨੂੰ ਫੋਨ ਆਏ ਨੇ, ਉਹ ਬਹਿਣ ਨੂੰ ਤਿਆਰ ਨੇ। ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।